ਜਿੰਨਾ ਚਿਰ ਸਿੱਖ ਆਪਣਾ ਸੀਸ ਗੁਰੂ ਨੂੰ ਭੇਟ ਨਹੀਂ ਕਰਦਾ, ਉਨਾ ਚਿਰ ਉਹ ਪ੍ਰਮਾਤਮਾ ਦੀ ਹਰੀ ਦੀ ਨਾਮ ਰਸ ਦੀ ਪ੍ਰਾਪਤੀ ਕਰ ਹੀ ਨਹੀਂ ਸਕਦਾ। ਤੇ ਅਰਦਾਸ ਵਿੱਚ ਉਹਨਾਂ ਦਾ ਨਾਮ ਆਉਂਦਾ ਜੀ। ਗੁਰੂ ਮਹਾਰਾਜ ਦੀ ਸਵਾਰੀ ਜਾਂਦੀ ਆ, ਉਹ 5 ਸਰੀਰ ਅੱਗੇ ਅੱਗੇ ਹੁੰਦੇ ਆ। ਹਜੂਰ ਦੇ 4 ਸਾਹਿਬਜ਼ਾਦਿਆਂ ਤੋਂ ਪਹਿਲਾਂ ਉਹਨਾਂ ਰੂਹਾਂ ਦਾ ਨਾਂ ਲਿਆ ਜਾਂਦਾ ਹੈ। 5 ਪਿਆਰਿਆਂ, 4 ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਉਹਨਾਂ 5 ਪਿਆਰਿਆਂ ਦਾ ਜ਼ਿਕਰ ਸਭ ਤੋਂ ਪਹਿਲਾਂ ਆਉਂਦਾ, ਜਿਨ੍ਹਾਂ ਨੇ ਗੁਰੂ ਦੇ ਚਰਨਾਂ ਵਿੱਚ ਸੀਸ ਭੇਟ ਕੀਤੇ। ਤੇ ਮਹਾਰਾਜ ਨੇ ਮੰਗ ਗੁਰੂ ਨਾਨਕ ਸਾਹਿਬ ਵੀ ਕਰ ਰਹੇ ਨੇ, ਇਹ ਮੰਗ ਬਾਬਾ ਕਬੀਰ ਜੀ ਵੀ ਕਰ ਰਹੇ ਨੇ। ਇਹੀ ਮੰਗ 80,000 ਦੇ ਇਕੱਠ ਵਿੱਚ ਗੁਰੂ ਕਲਗੀਧਰ ਨੇ ਸਮੁੱਚੀ ਕੌਮ ਦੇ ਸਾਹਮਣੇ ਖਲੋ ਕੇ ਕੀਤੀ ਕਿ ਇਹ ਭਾਈ ਖਾਲਸਾ ਪੰਥ ਜਿਹੜਾ ਇਹ ਸਾਜਿਆ ਜਾਣਾ, ਇਹਦੇ ਲਈ ਸਿਰਾਂ ਦੀ ਲੋੜ ਹੈ। ਕਿਸੇ ਵੇਲੇ ਸ਼ਸਤਰ ਮੰਗੇ ਮਹਾਰਾਜ ਨੇ ਕੌਮ ਦੇ ਕੋਲੋਂ, ਕਿਸੇ ਵੇਲੇ ਸਿੱਖ ਘੋੜੇ ਲੈ ਕੇ ਆਉਂਦੇ ਰਹੇ ਆ, ਕਿਸੇ ਵੇਲੇ ਦੁਸ਼ਾਲੇ ਲੈ ਕੇ ਆਉਂਦੇ ਰਹੇ ਆ। ਮਹਾਰਾਜ ਨੇ ਨੰਗੀ ਕਿਰਪਾਨ 80,000 ਦੇ ਇਕੱਠ ਵਿੱਚ ਲੈ ਕੇ ਆਖਿਆ ਕਿ ਸਿੱਖਾ ਅੱਜ ਤੇਰੇ ਸੀਸ ਦੀ ਲੋੜ ਹੈ। ਉਹਨਾਂ 5 ਪਿਆਰਿਆਂ ਦੇ ਵਿੱਚੋਂ ਪਹਿਲਾ ਸਿੱਖ ਜਿਹੜਾ ਉੱਠ ਕੇ ਖਲੋਤਾ, ਮਾਫ ਕਰਨਾ, ਪਹਿਲਾਂ ਹੀ ਉੱਠਣਾ ਔਖਾ ਹੁੰਦਾ ਹੈ, ਪਿੱਛੇ ਲਾਈਨਾਂ ਲੱਗ ਜਾਂਦੀਆਂ। ਇਹ ਗੁਰੂ ਨਾਨਕ ਸਾਹਿਬ ਹੀ ਸਨ ਜਿਹੜੇ ਕਰਮ ਕਾਂਡਾਂ ਤੇ ਵਹਿਮਾਂ ਦੇ ਸਾਹਮਣੇ ਸਭ ਤੋਂ ਪਹਿਲਾਂ ਖਲੋ ਗਏ। ਇਹ ਗੁਰੂ ਕਲਗੀਧਰ ਸਾਹਿਬ ਸਨ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਪਹਿਲਾਂ ਸ਼ੁਰੂਆਤ ਕੀਤੀ। ਇਹ ਗੁਰੂ ਅਰਜਨ ਸਾਹਿਬ ਹੀ ਸਨ ਜਿਨ੍ਹਾਂ ਨੇ ਮਨੁੱਖਤਾ ਦੀ ਖਾਤਰ ਸਭ ਤੋਂ ਪਹਿਲਾਂ ਭਾਰਤ ਦੇ ਇਤਿਹਾਸ ਵਿੱਚ ਤੱਤੀ ਤਵੀ ਤੇ ਆਸਣ ਲਾਇਆ। ਇਹ ਤੋਂ ਪਹਿਲਾਂ ਤਾਂ ਉਸ ਇਤਿਹਾਸ ਵਿੱਚ ਸਾਨੂੰ ਸ਼ਹੀਦ ਲਫ਼ਜ਼ ਨਹੀਂ ਮਿਲਦਾ ਜੀ। ਸ਼ਹੀਦ ਲਫ਼ਜ਼ ਉਸ ਸਾਰੇ ਇਤਿਹਾਸ ਦੇ ਪੰਨਿਆਂ ਨੂੰ ਲੱਭਗੇ, ਤੁਹਾਨੂੰ ਨਹੀਂ ਲੱਭੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 5 ਸਿਰਾਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ ਉੱਠੇ ਲਾਹੌਰ ਦੇ ਰਹਿਣ ਵਾਲੇ ਸਤਿਕਾਰਯੋਗ ਭਾਈ ਦਇਆ ਰਾਮ ਜੀ। ਲਾਹੌਰ ਵਿੱਚੋਂ ਦਇਆ ਆਈ, ਹੈਰਾਨੀ ਦੀ ਗੱਲ ਹੈ। ਲਾਹੌਰ ਦੀ ਉਹ ਧਰਤੀ ਹੈ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਭਾਈ ਮਰਦਾਨਾ ਜੀ ਨਾਲ ਨੇ, ਗੁਰੂ ਨਾਨਕ ਸਾਹਿਬ ਲਾਹੌਰ ਦੀ ਧਰਤੀ ਤੇ ਚਰਨ ਪਾਉਂਦੇ ਨੇ। ਭਾਈ ਮਰਦਾਨਾ ਜੀ ਸਵਾਲ ਕਰਦੇ ਨੇ, ਸਤਿਗੁਰੂ ਜੇ ਲਾਹੌਰ ਸ਼ਹਿਰ ਜ਼ਹਿਰ ਦਾ ਘਰ ਹੈ, ਆਪਾਂ ਇੱਥੇ ਰੁਕੇ ਕਿਉਂ ਹੋਏ ਆ? ਮਹਾਰਾਜ ਕਹਿੰਦੇ, ਮਰਦਾਨਿਆਂ ਇਸ ਕਰਕੇ ਲੁਕੇ ਆ, ਇੱਕ ਦਿਨ ਆਏਗਾ ਇੱਥੋਂ ਦਇਆ ਦਾ ਜਨਮ ਹੋਏਗਾ। ਸਵਾ ਪਹਿਰ ਰਾਤ ਰਹਿੰਦੀ ਜਿੱਥੇ ਜ਼ੁਲਮ ਸ਼ੁਰੂ ਹੋ ਜਾਂਦਾ ਸੀ। ਸਾਰਾ ਸਿੱਖ ਇਤਿਹਾਸ ਪੜ੍ਹ ਲਓ, ਸਾਡੀਆਂ ਬਹੁਤ ਵੱਡੀਆਂ ਸਿੱਖ ਸ਼ਹੀਦੀਆਂ ਜਿਹੜੀਆਂ ਉਹ ਲਾਹੌਰ ਦੀ ਧਰਤੀ ਤੇ ਹੋਈਆਂ। ਮੀਰ ਮੰਨੂ ਦੀ ਜੇਲ੍ਹ ਕਿੱਥੇ ਹੈ? ਭਾਈ ਮਨੀ ਸਿੰਘ ਜੀ ਦੀ, ਭਾਈ ਤਾਰੂ ਸਿੰਘ ਦੀ ਸ਼ਹਾਦਤ ਕਿੱਥੇ ਹੋਈ? ਮਾਵਾਂ ਦੇ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਕੇ ਬਣਾਏ ਗਏ ਲਾਹੌਰ ਦੀ ਧਰਤੀ ਤੇ। ਇੱਕ ਜ਼ੁਲਮੀ ਦਾਸਤਾਨ ਰਹੀ ਹੈ ਲਾਹੌਰ ਦੀ ਧਰਤੀ ਦੀ। ਅਥਾਹ ਜ਼ੁਲਮ ਹੋਇਆ, ਅਥਾਹ ਗਰੀਬਾਂ ਨੂੰ ਨੋਚਿਆ ਗਿਆ, ਅਥਾਹ ਲੋਕਾਂ ਨੂੰ ਕੋਹਿਆ ਗਿਆ। ਉਸ ਧਰਤੀ ਤੋਂ ਦਇਆ ਦਾ ਜਨਮ ਹੋਇਆ। ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪੈ ਗਏ, ਉੱਥੇ ਗੁਰੂ ਅਮਰਦਾਸ ਮਹਾਰਾਜ ਗਏ। ਉਸੇ ਲਾਹੌਰ ਦੀ ਧਰਤੀ ਤੇ ਚੂਨਾ ਮੰਡੀ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ। ਉਸੇ ਲਾਹੌਰ ਦੀ ਧਰਤੀ ਤੇ ਸ਼ਹੀਦਾਂ ਦੇ ਸਿਰ ਤਾਜ ਗੁਰੂ ਅਰਜਨ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਜਾਂਦਾ। ਉਸੇ ਧਰਤੀ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਨੇ। ਇੰਨਾ ਲੰਮਾ ਸਮਾਂ ਪ੍ਰਚਾਰ ਪ੍ਰਸਾਰ ਤੋਂ ਬਾਅਦ, ਗੁਰੂ ਦੀਆਂ ਰਹਿਮਤਾਂ ਔਰ ਬਖਸ਼ਿਸ਼ਾਂ ਤੋਂ ਬਾਅਦ ਕਿਤੇ ਜਾ ਕੇ ਐਡੇ ਜ਼ਹਿਰੀ ਧਰਤੀ ਤੋਂ, ਇੰਨੀ ਜ਼ੁਲਮੀ ਧਰਤੀ ਤੋਂ ਕਿਤੇ ਦਇਆ ਦਾ ਜਨਮ ਹੁੰਦਾ ਹੈ। ਉੱਥੋਂ ਉੱਠ ਕੇ ਆਇਆ ਭਾਈ ਦਇਆ ਰਾਮ। ਮਹਾਰਾਜ, ਮੈਂ ਆਪਣਾ ਸੀਸ ਤੁਹਾਡੇ ਅੱਗੇ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਭੇਟ ਕਰਦਾ ਤੁਹਾਡੇ ਅੱਗੇ ਆਪਣਾ। ਉਹ ਸਤਿਕਾਰਯੋਗ ਸਾਡੇ ਭਾਈ ਦਇਆ ਸਿੰਘ ਜੀ ਬਣ ਗਏ।
ਦੂਜੇ ਪਿਆਰੇ ਉੱਠੇ ਜਿਨ੍ਹਾਂ ਦਾ ਨਾਮ ਹੈ ਇਤਿਹਾਸ ਵਿੱਚ ਭਾਈ ਧਰਮ ਚੰਦ ਜੀ। ਯਾਦ ਰੱਖਿਓ, ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜ਼ਿਕਰ ਕਰਦੇ ਨੇ ਕਿ ਜਿਹੜੇ ਮਨੁੱਖ ਵਿੱਚ ਦਇਆ ਨਹੀਂ, ਉਸ ਮਨੁੱਖ ਦੇ ਅੰਦਰ ਕਦੇ ਧਰਮ ਦਾ ਜਨਮ ਹੋ ਹੀ ਨਹੀਂ ਸਕਦਾ। ਧੌਲ ਧਰਮ, ਦੁਨੀਆ ਕਹਿੰਦੀ ਸੀ ਕਿ ਧਰਤੀ ਬਲਦ ਦੇ ਸਿੰਗ ਤੇ ਖਲੋਤੀ ਹੋਈ ਹੈ। ਗੁਰੂ ਮਹਾਰਾਜ ਕਹਿੰਦੇ ਨਹੀਂ, ਸਿੰਘਾਂ ਤੇ ਧਰਤੀਆਂ ਨਹੀਂ ਖਲੋ ਸਕਦੀਆਂ, ਇਹ ਪੂਰਾ ਬ੍ਰਹਿਮੰਡ ਅਕਾਲ ਪੁਰਖ ਦੇ ਭਾਣੇ ਵਿੱਚ ਹੈ। ਇਹ ਧਰਤੀ ਖਲੋਤੀ ਆ ਧਰਮ ਦੇ ਸਿਰ ਤੇ, ਇਹ ਧਰਤੀ ਖਲੋਤੀ ਆ ਦਇਆ ਦੇ ਸਿਰ ਤੇ, ਇਹ ਧਰਤੀ ਖਲੋਤੀ ਆ ਧੀਰਜ ਦੇ ਸਿਰ ਤੇ। ਜਦੋਂ ਸੰਸਾਰ ਦੇ ਅੰਦਰੋਂ ਧਰਮ, ਦਇਆ, ਧੀਰਜ ਖਤਮ ਹੋ ਜਾਏਗਾ, ਇਹ ਧਰਤੀ ਵੀ ਡਾਵਾਡੋਲ ਹੋ ਜਾਏਗੀ। ਇੱਥੇ ਜ਼ੁਲਮ ਵਧੇਗਾ, ਇੱਥੇ ਭਰਾ ਭਰਾ ਨੂੰ ਮਾਰੇਗਾ, ਇੱਥੇ ਲਾਲਚ ਤੇ ਸਵਾਰਥਾਂ ਨਾਲ ਭਰਿਆ ਹੋਇਆ ਬੰਦਾ ਆਪਣਿਆਂ ਦਾ ਵੀ ਗਲਾ ਘੁੱਟਣ ਨੂੰ ਤਿਆਰ ਹੋ ਜਾਏਗਾ। ਪਾਤਸ਼ਾਹ ਕਹਿੰਦੇ ਦਇਆ ਦਾ ਹੋਣਾ ਜ਼ਰੂਰੀ ਹੈ, ਉਹਦੇ ਵਿੱਚੋਂ ਧਰਮ ਦਾ ਜਨਮ ਹੋਏਗਾ। ਧੌਲ ਧਰਮ ਦਇਆ ਕਾ ਪੂਤ, ਔਰ ਇਸੇ ਨੇ ਸੰਤੋਖ ਨੂੰ ਸੂਤਰ ਕਰਕੇ ਰੱਖਿਆ ਹੋਇਆ। ਸੰਤੋਖ ਥਾਪ ਰੱਖਿਆ ਜਨ ਸੂਤ। ਸੰਤੋਖ ਦਾ ਜਨਮ, ਜਿਹੜਾ ਦਿਆਲੂ ਹੋਏਗਾ ਉਹ ਧਰਮੀ ਹੋਏਗਾ। ਮਾਫ ਕਰਨਾ, ਜਿਹੜਾ ਧਰਮੀ ਹੋਏਗਾ ਉਹ ਸੰਤੋਖੀ ਜ਼ਰੂਰ ਹੋਏਗਾ। ਜਿਹੜਾ ਸੰਤੋਖੀ ਨਹੀਂ ਹੋਏਗਾ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਤ੍ਰਿਸ਼ਨਾਲੂ ਬੰਦਾ ਧਰਮ ਨੂੰ ਨਹੀਂ ਜੇ ਕਮਾ ਸਕਦਾ। ਤ੍ਰਿਸ਼ਨਾ ਦੇ ਅਧੀਨ ਜਾਣ ਵਾਲਾ ਬੰਦਾ ਧਰਮ ਤੋਂ ਬਹੁਤ ਦੂਰ ਹੈ। ਜੇ ਤੁਹਾਨੂੰ ਕਿਸੇ ਦੀ ਲੋੜ ਵੱਲ ਵੇਖ ਕੇ ਤਰਸ ਆ ਰਿਹਾ, ਤੁਹਾਡੇ 'ਚ ਦਇਆ ਹੈ ਨਾ, ਇੱਕ ਦਿਨ ਧਰਮ ਜ਼ਰੂਰ ਪੈਦਾ ਹੋਏਗਾ। ਅੱਜ ਬਹੁਤ ਵੱਡੀ ਮੁਸ਼ਕਲ ਹੈ ਜੀ ਸੰਸਾਰ ਅੰਦਰ। ਬੰਦਾ ਆਪਣੇ ਦੁੱਖਾਂ ਤੋਂ ਉਨਾ ਦੁਖੀ ਨਹੀਂ ਹੈ ਜਿੰਨਾ ਕਿਸੇ ਦੇ ਸੁੱਖਾਂ ਤੋਂ ਬਹੁਤ ਔਖਾ ਹੋਇਆ ਫਿਰਦਾ ਹੈ। ਅੱਜ ਸਾਨੂੰ ਆਪਣੀਆਂ ਕਮਜ਼ੋਰੀਆਂ ਕਰਕੇ ਉਹਨੇ ਦੁੱਖ ਪ੍ਰਾਪਤ ਨਹੀਂ ਹੋ ਰਹੇ ਜਿੰਨੀ ਕਿਸੇ ਦੀ ਤਾਕਤ ਵੇਖ ਕੇ ਦੁੱਖ ਪ੍ਰਾਪਤ ਹੋ ਰਿਹਾ। ਇਹ ਸੁਭਾਅ ਬਣ ਗਿਆ ਸਾਡਾ। ਮਹਾਰਾਜ ਕਹਿੰਦੇ ਜੇ ਤਰਸ ਨਹੀਂ, ਦਇਆ ਨਹੀਂ, ਪਿਆਰ ਨਹੀਂ, ਭਾਵਨਾ ਨਹੀਂ, ਤੇਰੇ ਅੰਦਰ ਧਰਮ ਨਹੀਂ ਆ ਸਕਦਾ। ਜੀ ਦਇਆ ਨਹੀਂ ਪਾਲੀ ਤੇ ਧਰਮ ਦਾ ਜਨਮ ਕਿੱਥੋਂ ਹੋਇਆ? ਧਰਮ ਦਾ ਜਨਮ ਹੋਇਆ ਹਸਤਨਾਪੁਰ ਦਿੱਲੀ ਦੀ ਧਰਤੀ ਤੋਂ। ਮਾਫ ਕਰਨਾ, ਜਿੱਥੇ ਜੱਦੀ ਪੁਸ਼ਤੀ ਵੀ ਧਰਮ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ, ਉੱਥੋਂ ਧਰਮ ਚੱਲ ਕੇ ਆਇਆ। ਕਿੰਨੇ ਸਾਲਾਂ ਬਾਅਦ? 24 ਸਾਲਾਂ ਬਾਅਦ ਜਾ ਕੇ ਕਦੇ ਦਿੱਲੀ ਦੀ ਧਰਤੀ 'ਚ ਧਰਮ ਦਿਸਿਆ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਨਹੀਂ ਤਾਂ ਜਹਾਂਗੀਰ ਆਇਆ, ਉੱਥੇ ਧਰਮ ਨਹੀਂ ਦਿਸਿਆ, ਆਪਣਿਆਂ ਨੂੰ ਕਤਲ ਕੀਤਾ। ਸ਼ਾਹ ਜਹਾਂ ਆਇਆ, ਉੱਥੇ ਧਰਮ ਨਹੀਂ ਸੀ। ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਬਣਿਆ, ਭਰਾਵਾਂ ਨੂੰ ਕਤਲ ਕੀਤਾ, ਭੈਣ ਦਾ ਕਤਲ ਕੀਤਾ, ਤੇ ਬਾਪ ਆਗਰੇ ਦੇ ਕਿਲੇ 'ਚ ਸਹਿਕਦਾ ਹੋਇਆ ਸੰਸਾਰ ਨੂੰ ਛੱਡ ਕੇ ਚਲਾ ਗਿਆ। ਇੱਕ ਪੁੱਤ ਨੂੰ ਵੀ ਆਪਣੇ ਬਾਪ ਤੇ ਰੱਤੀ ਵੀ ਤਰਸ ਨਹੀਂ ਆਇਆ। ਉੱਥੋਂ ਚੱਲ ਕੇ ਧਰਮ ਆਇਆ, ਉੱਥੋਂ ਧਰਮ ਦਾ ਜਨਮ ਹੋਇਆ। ਔਰ ਮਾਫ ਕਰਨਾ, ਜਿਸ ਦਿੱਲੀ ਦੇ ਰਾਜਿਆਂ 'ਚ ਅੱਜ ਵੀ ਧਰਮ ਨਹੀਂ ਹੈ, ਮਹਾਰਾਜ ਨੇ ਉੱਥੋਂ ਧਰਮ ਪੈਦਾ ਕੀਤਾ। 200 ਕਿਸਾਨਾਂ ਦੀਆਂ ਲਾਸ਼ਾਂ ਚੱਕ ਕੇ ਮੋਢਿਆਂ ਤੇ ਪੰਜਾਬੀ ਘਰਾਂ ਨੂੰ ਆ ਗਏ, ਪਰ ਉੱਥੋਂ ਦੇ ਰਾਜਿਆਂ ਦੇ ਅੰਦਰ ਫਿਰ ਵੀ ਦਇਆ ਨਹੀਂ ਆਈ, ਧਰਮ ਨਹੀਂ ਆਇਆ। ਔਰ ਦਾੜੀਆਂ ਵਧਾ ਕੇ ਤੇ ਭਗਵੇਂ ਕੇਸ ਪਾ ਕੇ ਤੁਸੀਂ ਆਮ ਲੋਕਾਂ ਦੀਆਂ ਨਜ਼ਰਾਂ 'ਚ ਧਰਮੀ ਹੋਣ ਦਾ ਡੰਡੋਰਾ ਪਿੱਟ ਸਕਦੇ ਹੋ। ਖਿਮਾ ਕਰਨਾ, ਕੋਈ ਸੱਚੀ ਆਤਮਾ ਤੁਹਾਨੂੰ ਧਰਮੀ ਨਹੀਂ ਜੇ ਕਹਿ ਸਕਦੀ। ਇੱਕ ਪੁੱਤ ਦਾ ਸਿਵਾ ਬਲੇ ਸਾਹਮਣੇ ਤਾਂ ਦੁਸ਼ਮਣ ਵੀ ਵੇਖ ਕੇ ਤਾਂ ਹੀ ਰੋ ਪੈਂਦਾ। ਪੰਜਾਬ ਦਾ 200 ਪੁੱਤ ਉੱਥੋਂ ਲਾਸ਼ਾਂ ਬਣ ਕੇ ਆਇਆ। ਸਾਲ ਉੱਥੇ ਸੰਘਰਸ਼ ਕਰਦਾ ਰਿਹਾ, ਪਰ ਹਾਕਮ ਲੋਕਾਂ ਦੇ ਹਿਰਦੇ ਨਹੀਂ ਜੇ ਭਤੀਜੇ। ਉੱਥੋਂ ਦੇ ਰਾਜਿਆਂ ਨੇ ਕੀ ਕੁਝ ਨਹੀਂ ਜੇ ਕੀਤਾ। ਖਿਮਾ ਕਰਨਾ ਇਹ ਇੱਕ ਵੱਖਰਾ ਇਤਿਹਾਸ ਹੈ। ਅੱਜ ਤੱਕ ਉਵੇਂ ਹੀ ਹੋ ਰਿਹਾ ਸਭ ਕੁਝ। ਉਸੇ ਦਿੱਲੀ ਦੇ ਲਾਲ ਕਿਲੇ ਦੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ। ਉੱਥੋਂ ਧਰਮ ਦਾ ਜਨਮ ਹੋਇਆ। ਮਹਾਰਾਜ ਨੇ ਆਖਿਆ, ਮੇਰੇ ਖਾਲਸੇ ਨੂੰ ਦਇਆ ਦੀ ਲੋੜ ਹੈ, ਮੇਰੇ ਖਾਲਸੇ ਨੂੰ ਧਰਮ ਦੀ ਲੋੜ ਹੈ।
ਤੀਜੇ ਪਿਆਰੇ ਚੱਲ ਕੇ ਆਏ ਕੌਮ ਦੇ ਵਿੱਚ ਸਤਿਕਾਰਯੋਗ ਭਾਈ ਹਿੰਮਤ ਰਾਏ ਜੀ। ਇਹ ਆਏ ਜਗਨਨਾਥ ਪੁਰੀ ਦੀ ਧਰਤੀ ਤੋਂ। ਦਇਆ ਹੋਵੇ, ਧਰਮ ਹੋਵੇ, ਬੇਹਿੰਮਤੀਆਂ ਕੌਮਾਂ ਜਿੱਤੀਆਂ ਹੋਈਆਂ ਜੰਗਾਂ ਵੀ ਹਾਰ ਜਾਂਦੀਆਂ। ਖਿਮਾ ਕਰਨਾ। ਬੇਹਿੰਮਤੇ ਨੇ ਜਿਹੜੇ ਸ਼ਿਕਵੇ ਕਰਨ ਮੁਕੱਦਰਾਂ ਤੇ, ਕਿਸੇ ਕਵੀ ਨੇ ਲਿਖਿਆ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ। ਇਹ ਉਹ ਕੌਮ ਆ ਜਿਨ੍ਹਾਂ ਨੂੰ ਅਟਕ ਦਰਿਆ ਵੀ ਰਾਹ ਦਿੰਦਾ ਹੈ, ਇਹਨਾਂ ਦੀ ਹਿੰਮਤ ਕਰਕੇ, ਇਹਨਾਂ ਦੇ ਜ਼ੋਰ ਕਰਕੇ, ਇਹਨਾਂ ਦੇ ਤਾਣ ਕਰਕੇ। ਸਿੱਖ 'ਚ ਦਇਆ ਹੈ, ਧਰਮ ਹੈ, ਹਿੰਮਤ ਇੰਨੀ ਕੁ ਹੈ, ਇਹ ਹੱਥ ਦੀ ਚੀਚੀ ਤੋਂ ਲੈ ਕੇ ਪੈਰ ਦੇ ਗੂਠੇ ਤੱਕ ਪੋਟਾ ਪੋਟਾ ਕਟਵਾ ਲੈਂਦਾ ਹੈ। ਭਾਈ ਮਨੀ ਸਿੰਘ ਜਪਜੀ ਸਾਹਿਬ ਦਾ ਪਾਠ ਕਰਦਾ, ਸ਼ਹਾਦਤ ਦਾ ਜਾਮ ਪੀ ਲੈਂਦਾ ਹੈ, ਪਰ ਕਲਗੀਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਗੁਰੂ ਦਾ ਪਿਆਰਾ ਸਿੱਖ ਪਿੱਠ ਨਹੀਂ ਦਿੰਦਾ। ਇੰਨੀ ਹਿੰਮਤੀ ਕੌਮ ਹੈ ਇਹ ਇੰਨੀ ਹਿੰਮਤੀ ਕੌਮ ਹੈ। ਛਾਤੀ 'ਚ ਗੋਲੀਆਂ ਖਾ ਕੇ ਵੀ ਕਾਬਲ ਕੰਧਾਰ ਦੀਆਂ ਧਰਤੀਆਂ ਤੇ ਖਾਲਸਾਈ ਨਿਸ਼ਾਨ ਚਲਾਏ ਆ। ਇੱਥੇ ਜੁੱਸੇ ਝੁਲਸੇ ਵੀ ਗਏ ਆ ਤੋਪਾਂ ਦੇ ਨਾਲ, ਪਰ ਹਿੰਮਤਾਂ ਨਹੀਂ ਹਾਰੀਆਂ ਇਸ ਕੌਮ ਨੇ। ਇੱਥੇ 40,000 ਸਿੱਖ ਸ਼ਹੀਦ ਹੋਇਆ ਕੋਪਰਹੀੜੇ ਦੇ ਮੈਦਾਨ ਵਿੱਚ, ਪਰ ਇਹ ਕੌਮ ਮੈਦਾਨੇ ਜੰਗ ਨੂੰ ਛੱਡ ਕੇ ਭੱਜੀ ਨਹੀਂ। ਇੱਥੇ 18,000 ਸਿੱਖ ਸ਼ਹੀਦ ਹੋਇਆ ਕਾਹਨੂੰਵਾਨ ਦੀ ਛੰਭ ਵਿੱਚ। ਇਹ ਹਿੰਮਤ ਵਾਲੀ ਕੌਮ ਨੇ ਕਦੇ ਢੇਰੀ ਢਾਹ ਕੇ ਦਿਨ ਬਸਰ ਨਹੀਂ ਕੀਤੇ। ਇਹਨਾਂ ਨੇ ਛੋਲਿਆਂ ਨੂੰ ਬਦਾਮ ਬਣਾਇਆ, ਘੋੜੇ ਦੀਆਂ ਕਾਠੀਆਂ ਨੂੰ ਘਰ ਬਣਾਇਆ, ਜੰਗਲਾਂ 'ਚ ਪੱਤੇ ਖਾ ਕੇ ਗੁਜ਼ਾਰਾ ਕਰ ਲਿਆ, ਪਰ ਸਿੱਖੀ ਸਿਧਾਂਤ ਨੂੰ ਆਪਣੇ ਹਿਰਦੇ 'ਚੋਂ ਵਸਾਰਿਆ ਨਹੀਂ। ਇਹ ਏਡੀ ਹਿੰਮਤੀ ਕੌਮ ਹੈ, ਇੰਨੀ ਬਹਾਦਰ ਕੌਮ ਹੈ। ਮੈਂ ਜ਼ਿਕਰ ਕਰ ਰਿਹਾ ਸੀ ਪਿਛਲੇ ਦਿਨਾਂ 'ਚ, ਪ੍ਰੋਫੈਸਰ ਹਰਪਾਲ ਸਿੰਘ ਉਹਨਾਂ ਨੇ ਗੱਲ ਲਿਖੀ, ਕਹਿੰਦੇ ਜਦੋਂ ਮੈਂ ਨਿਰਾਸ਼ ਹੋਣਾ, ਮੈਂ ਉਦਾਸ ਹੁੰਨਾ, ਤਾਂ ਮੇਰੀ ਮਾਂ ਇੱਕ ਗੱਲ ਕਹਿੰਦੀ ਹੈ ਕਿ ਜਦੋਂ ਤੂੰ ਉਦਾਸ ਹੁੰਨਾ, ਤੂੰ ਨਿਰਾਸ਼ ਹੁੰਨਾ, ਪੁੱਤਰਾ ਮੈਨੂੰ ਇਉਂ ਲੱਗਦਾ ਹੈ ਕਿ ਤੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਸ਼ੱਕ ਕਰਦਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਜਨਮ ਲੈਣ ਵਾਲਾ ਪੁੱਤ ਕਦੇ ਨਿਰਾਸ਼ ਨਹੀਂ ਹੋ ਸਕਦਾ। ਇੱਥੇ ਤਾਂ ਪੁੱਤਰ ਸ਼ਹੀਦ ਹੋਏ, ਮਾਂ ਸ਼ਹੀਦ ਹੋਈ, ਤੇ ਆਪਣੇ ਬਾਪ ਦਾ ਕੱਟਿਆ ਹੋਇਆ ਸਿਰ 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਝੋਲੀ 'ਚ ਪਵਾਇਆ। ਇਹ ਹਿੰਮਤ ਚੱਲ ਕੇ ਆਈ ਜਗਨਨਾਥਪੁਰੀ ਦੀ ਧਰਤੀ ਤੋਂ। ਮਹਾਰਾਜ ਕਹਿੰਦੇ ਕਿੱਥੋਂ ਚੱਲ ਕੇ ਆਇਆ? ਕਹਿਣ ਲੱਗਾ ਮਹਾਰਾਜ ਨਾਮ ਭਾਈ ਹਿੰਮਤ ਰਾਏ ਹੈ, ਆਇਆ ਜਗਨਨਾਥਪੁਰੀ ਤੋਂ ਆ। ਤੇ ਸਤਿਗੁਰ ਨੇ ਆਖਿਆ ਜਿੱਥੇ ਹਿੰਮਤ ਦਾ ਨਾਮੋ ਨਿਸ਼ਾਨ ਨਹੀਂ ਸੀ, ਉੱਥੋਂ ਹਿੰਮਤ ਪੈਦਾ ਹੋ ਗਈ। ਗੁਰਦੁਆਰਾ ਆਰਤੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਧਰਤੀ, ਦਵਾਪਰ ਦੇ ਅਵਤਾਰ ਕ੍ਰਿਸ਼ਨ ਜੀ ਦੀ। ਇਤਿਹਾਸਕਾਰ ਕਹਿੰਦੇ ਨੇ ਉੱਥੋਂ ਦੇ ਰਾਜੇ ਨੇ ਮੂਰਤੀ ਬਣਾਉਣ ਦਾ ਐਲਾਨ ਕੀਤਾ, ਤੇ ਮੂਰਤੀ ਬਣਾਏਗਾ ਉਸ ਵੇਲੇ ਦਾ ਵੱਡਾ ਕਾਰੀਗਰ ਵਿਸ਼ਵਕਰਮਾ ਜੀ ਇਸ ਮੂਰਤੀ ਨੂੰ ਤਿਆਰ ਕਰਨਗੇ। ਮੂਰਤੀ ਤਿਆਰ ਹੋਣੀ ਸ਼ੁਰੂ ਹੋਈ ਇੱਕ ਸ਼ਰਤ ਤੇ, ਕਿ ਜੇਕਰ ਇਸ ਮੂਰਤੀ ਨੂੰ ਬਣਨ ਤੋਂ ਪਹਿਲਾਂ ਕਿਸੇ ਨੇ ਦੇਖਣ ਦੀ ਕੋਸ਼ਿਸ਼ ਕੀਤੀ ਤੇ ਮੈਂ ਮੂਰਤੀ ਵਿਚਕਾਰੋਂ ਬਣਾਉਣੀ ਬੰਦ ਕਰ ਦਿਆਂਗਾ। ਹੁਣ ਰਾਜਾ ਸੀ, ਆਪਣੀ ਜ਼ੁਬਾਨ ਤੇ ਪੱਕਾ ਨਾ ਰਿਹਾ, ਆਂਦਾ ਜੇ ਲੋਕਾਂ ਨਾਲ ਹੀ ਮੈਂ ਮੂਰਤੀ ਦੇਖੀ ਤੇ ਮੈਂ ਰਾਜਾ ਕਾਹਦਾ? ਸਭ ਤੋਂ ਪਹਿਲਾਂ ਤਾਂ ਹੱਕ ਮੇਰਾ ਹੈ ਨਾ। ਸਾਰੀ ਮੂਰਤੀ ਦਵਾਪਰ ਦੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਤਿਆਰ ਹੋ ਗਈ, ਬਾਹਾਂ ਕੱਲੀਆਂ ਰਹਿ ਗਈਆਂ। ਰਾਤ ਨੂੰ ਰਾਜਾ ਚੋਰੀ ਚੋਰੀ ਮੂਰਤੀ ਵੇਖ ਆਉਂਦਾ। ਵਿਸ਼ਵਕਰਮਾ ਜੀ ਨੇ ਮੂਰਤੀ ਨਾ ਬਣਾਉਣ ਦਾ ਐਲਾਨ ਕਰ ਦਿੱਤਾ। ਅੱਜ ਵੀ ਜਾ ਕੇ ਜਗਨਨਾਥਪੁਰੀ ਤੇ ਵਿੱਚ ਚਲੇ ਜਾਓ, ਉਸ ਮੂਰਤੀ ਨੂੰ ਕੋਈ ਪੂਰਿਆ ਨਹੀਂ ਕਰ ਸਕਿਆ। ਅੱਜ ਵੀ ਉਹਦੀਆਂ ਬਾਹਾਂ ਨਹੀਂ ਹਨ। ਸਤਿਗੁਰ ਨੇ ਆਖਿਆ ਜਿਸ ਮਨੁੱਖ ਕੋਲੇ ਬਾਹਾਂ ਨਹੀਂ ਹੁੰਦੀਆਂ, ਤਾਕਤ ਨਹੀਂ ਹੁੰਦੀ, ਉਹ ਮਨੁੱਖ ਹਰ ਮੈਦਾਨ ਦੇ ਵਿੱਚ ਹਾਰ ਜਾਂਦਾ ਹੈ। ਉੱਥੋਂ ਭਾਈ ਹਿੰਮਤ ਰਾਏ ਪੈਦਾ ਹੋਏ, ਜਿਹੜੇ ਬਾਅਦ ਵਿੱਚ ਭਾਈ ਹਿੰਮਤ ਸਿੰਘ ਬਣੇ। ਇਤਿਹਾਸ ਨੇ ਆਖਿਆ ਚੌਥੇ ਪਿਆਰੇ ਸਨ ਸਤਿਕਾਰਯੋਗ ਭਾਈ ਮੋਹਕਮ ਚੰਦ ਜੀ। ਮੋਹਕਮ ਚੰਦ ਦਾ ਅਰਥ ਹੁੰਦਾ ਹੈ ਦ੍ਰਿੜਤਾ, ਤੇ ਦ੍ਰਿੜਤਾ ਕਿੱਥੋਂ ਪੈਦਾ ਹੋਈ? ਇਤਿਹਾਸਕਾਰ ਕਹਿੰਦੇ ਨੇ ਦ੍ਰਿੜਤਾ ਪੈਦਾ ਹੋਈ ਦਵਾਰਕਾ ਦੇ ਵਿੱਚੋਂ। ਇਤਿਹਾਸ ਪੜ੍ਹਿਓ ਕਦੇ ਦਵਾਰਕਾ ਦਾ। ਇੱਕ ਮੰਦਿਰ ਬਣਿਆ ਹੋਇਆ, ਉਹਦਾ ਨਾਮ ਹੈ ਰਣਛੋੜ ਮੰਦਿਰ। ਇਤਿਹਾਸ ਕਹਿ ਰਿਹਾ, ਕਿਤਾਬਾਂ ਕਹਿ ਰਹੀਆਂ, ਗ੍ਰੰਥ ਕਹਿ ਰਹੇ ਨੇ। ਦਵਾਪਰ ਦਾ ਅਵਤਾਰ ਕਿਸੇ ਵੇਲੇ ਪੈਂਦੀ ਹੋਈ ਭੀੜ ਨੂੰ ਵੇਖ ਕੇ ਮੈਦਾਨੇ ਜੰਗ ਨੂੰ ਛੱਡ ਕੇ ਭੱਜ ਗਿਆ।
उस मंदिर का नाम भी रणछोड़ मंदिर रखिया। सतगुर ने आख्या जे मेरी कौम अंदर दया है, धर्म है, हिम्मत है, दृढ़ता का होना बहुत जरूरी है। मैं इहो जिहा खालसा तैयार करांगा, ये लखां सामने हिक डा के शहीद हो जाएगा, पर मैदाने जंग नूं कदे छड्ड के नहीं भजेगा, ये कदे पिठ नहीं देगा। इतिहास पढ़ के देख लो सारा। अंदर 40 सिख ते बाहर 1.25 लाख मलकईया सिखां दे सीस लाउण नूं तैयार बैठा है, पर एक भी सिख ने गुरु गोबिंद सिंह सच्चे पातशाह तो दूरी नहीं बनाई। 7 महीने घेरा पिया रहा आनंदपुर साहब नूं। 700 सिख सन गुरदास नंगल दी गढ़ी दे अंदर। बाबा बंदा सिंह बहादुर नूं घेरा पाई बैठे। सिखां दा सिरड़ देखो, सैदक देखो, भुखे भाने रह के शरीर लिस्से हो गए, खुंडियां तलवारां लैके भी मैदाने जंग विच दुश्मन दा टाकरा करन नूं अगे बैठे ने। 4 लावां ने गुरु रामदास महाराज दी बाणी दियां। ਉਹਦੇ ਚ महाराज दृढ़ता की गल करते हैं। हर पहिलड़ी लाम प्रवृत्ति कर्म दृढ़ाया, बलराम जियो बाणी ब्रह्मा वेद धर्म दृढ़ो पाप दजाया। बलराम जियो महाराज ने आख्या मेरी कौम च मेरे खालसे च दृढ़ता होवे, परपक्कता होवे, रहत दा रहनी दा जुबान दा हिरदे दा पक्का होवे सिख। ਇਹ ਨਾ ਹੋਵੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ। ਪਾਤਸ਼ਾਹ ਕਹਿੰਦੇ ਮੁੱਖ ਹੋਰ ਸੇ ਕਾਂਡੇ ਕੱਚਿਆ। ਉਥੋਂ ਦ੍ਰਿੜਤਾ ਦਾ ਜਨਮ ਹੋਇਆ। ਜਿੱਥੇ ਕਿਸੇ ਵੇਲੇ ਦ੍ਰਿੜਤਾ ਖੰਭ ਲਾ ਕੇ ਉੱਡ ਗਈ ਸੀ, ਉਥੋਂ ਚੱਲ ਕੇ ਆਏ ਸਤਿਕਾਰਯੋਗ ਮੇਰੀ ਕੌਮ ਦੇ ਮਹਾਨ ਪਿਆਰੇ ਉੱਚੀ ਸੁਰਤੀ ਬਿਰਤੀ ਵਾਲੇ ਭਾਈ ਮੋਹਕਮ ਚੰਦ ਜੀ ਤੇ 5ਵੇਂ ਸਿੱਖ ਸਨ ਜਿਹੜੇ ਬਿਦਰ ਤੋਂ ਚੱਲ ਕੇ ਆਏ। ਉਹਨਾਂ ਦਾ ਨਾਮ ਸੀ ਭਾਈ ਸਾਹਿਬ ਰਾਏ। ਕਦੇ ਇਤਿਹਾਸ ਪੜ੍ਹਿਓ ਬਿਦਰ ਦਾ ਜ਼ਿਕਰ ਵੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਅੰਦਰ। ਉੱਥੋਂ ਦੇ ਭਗਤ ਬਿਦਰ ਜੀ ਜਿਨ੍ਹਾਂ ਦੇ ਨਾਮ ਤੋਂ ਸ਼ਹਿਰ ਵਸਿਆ, ਤੇ ਕਿਸੇ ਵੇਲੇ ਕ੍ਰਿਸ਼ਨ ਜੀ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਆਏ। ਉੱਥੋਂ ਦਾ ਜਿਹੜਾ ਰਾਜਾ ਸੀ ਉਹਨੇ ਐਲਾਨ ਕੀਤਾ ਕਿ ਤੁਸੀਂ ਸਾਡੀ ਖੀਰ ਛੱਡ ਕੇ, ਸਾਡਾ ਦੁੱਧ ਛੱਡ ਕੇ ਤੁਸੀਂ ਗਰੀਬ ਦੀ ਕੁੱਲੀ 'ਚ ਜਾ ਕੇ ਬਹਿ ਗਏ ਹੋ। ਤੁਹਾਨੂੰ ਸਾਡੀ ਖੀਰ ਚੰਗੀ ਨਾ ਲੱਗੀ, ਤੁਹਾਨੂੰ ਸਾਡਾ ਦੁੱਧ ਚੰਗਾ ਨਾ ਲੱਗਾ, ਜਿਹਦਾ ਬਾਬੇ ਕਬੀਰ ਜੀ ਨੇ ਜ਼ਿਕਰ ਕੀਤਾ ਖੀਰ ਸਮਾਨ ਸਾਗ ਮੈਂ ਪਾਇਆ। ਤੇ ਉਹਨਾਂ ਨੇ ਗੱਲ ਕਹੀ ਸੀ ਕ੍ਰਿਸ਼ਨ ਜੀ ਨੇ ਇੱਕ, ਕਹਿੰਦੇ ਠੀਕ ਹੈ ਰਾਜਾ, ਤੂੰ ਬਹੁਤ ਧਨਵਾਨ ਆ, ਤੇਰੇ ਕੋਲੇ ਬਹੁਤ ਪੈਸਾ ਹੈ, ਤੂੰ ਰਾਜ ਕਰਦਾ ਹੈ, ਪਰ ਸਾਨੂੰ ਜਿਹੜਾ ਸਵਾਦ ਤੇਰੀ ਖੀਰ ਚੋਂ ਆਉਣਾ ਸੀ ਉਹ ਭਗਤ ਬਿਦਰ ਦੇ ਸਾਗ ਵਿੱਚੋਂ ਆਇਆ। ਤੇਰੇ ਕੋਲੇ ਹੰਕਾਰ ਹੈ। ਜਿਹੜਾ ਸਵਾਦ ਤੂੰ ਸਾਨੂੰ ਦੁੱਧ ਚੋਂ ਦੇਣਾ ਚਾਹੁੰਦਾ ਹੈ, ਸਾਨੂੰ ਭਗਤ ਬਿਦਰ ਦੇ ਘੜੇ ਦੇ ਠੰਡੇ ਪਾਣੀ ਦਾ ਉਹ ਸਵਾਦ ਅਸੀਂ ਹਾਸਲ ਕੀਤਾ, ਸਾਨੂੰ ਲੋੜ ਨਹੀਂ ਤੇਰੇ ਦਰ ਤੇ ਆਉਣ ਦੀ। ਕਹਿਣ ਤੋਂ ਭਾਵ ਇਹ ਹੈ ਕਿ ਕਿਸੇ ਵੇਲੇ ਜਾ ਕੇ ਇੱਕ ਜਗ੍ਹਾ ਖੜਿਆਂ ਕਰ ਦਿੱਤਾ ਗਿਆ ਕਿ ਬਿਦਰ ਜੀ ਤੇ ਉੱਥੋਂ ਦਾ ਜਿਹੜਾ ਰਾਜਾ ਹੈ ਉਹ ਬਰਾਬਰ ਹੈ, ਉਹਨਾਂ ਦੋਨਾਂ 'ਚ ਫਰਕ ਕੋਈ ਨਹੀਂ ਹੈਗਾ। ਉਹ ਕਹਿੰਦੇ ਕੋਈ ਗੱਲ ਨਹੀਂ, ਜੇ ਤੇਰੀ ਖੀਰ ਨਾ ਛਕੀ ਆਪਾਂ ਇਹਦਾ ਸਾਗ ਛਕ ਲਿਆ, ਤੇਰਾ ਦੁੱਧ ਨਾ ਛਕਿਆ ਆਪਾਂ ਇਹਦੇ ਘੜੇ ਦਾ ਪਾਣੀ, ਕੋਈ ਫਰਕ ਨਹੀਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਭਗਤ ਦਾ ਤੇ ਸੰਸਾਰੀ ਦਾ ਫਰਕ ਤਾਂ ਹੁੰਦਾ ਵਾ। ਕਮਾਈ ਹੱਕ ਦੀ ਰੋਟੀ ਦਾ ਤੇ ਬੇਈਮਾਨੀ ਦੀ ਰੋਟੀ ਦਾ ਫਰਕ ਤਾਂ ਹੁੰਦਾ ਹੈ ਭਾਈ। ਪੰਡਤ ਸੂਰ ਛਤਰਪਤ ਦਾਤਾ ਭਗਤ ਬਰਾਬਰ ਔਰ ਨਾ ਕੋਈ। ਭਾਈ ਲਾਲੋ ਜੀ ਦੇ ਘਰ ਕੋਧਰੇ ਦਾ ਪ੍ਰਸ਼ਾਦਾ ਛਕਿਆ ਤੇ ਦੇਸੀ ਘਿਓ ਦੇ ਪੂੜਿਆਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਜ਼ਰ ਅੰਦਾਜ਼ ਕਰਤਾ। ਕਿਉਂ ਕੀਤਾ ਜੀ? ਉਹਨਾਂ ਆਖਿਆ ਕਿ ਕੋਧਰੇ ਦੀ ਰੋਟੀ ਦੁੱਧ ਵਰਗੀ ਹੈ, ਇਹਦੇ 'ਚ ਪਸੀਨਾ ਹੈ, ਈਮਾਨ ਹੈ, ਹੱਕ ਸੱਚ ਹੈ। ਠੀਕ ਹੈ ਮਲਕ ਭਾਗੋ, ਤੇਰੇ ਕੋਲੇ ਦੇਸੀ ਘਿਓ ਦੇ ਪੂੜੇ ਨੇ, ਪਰ ਇਹਨਾਂ 'ਚ ਸਵਾਏ ਲਹੂ ਤੋਂ ਸਾਨੂੰ ਹੋਰ ਕੁਝ ਨਹੀਂ ਦਿਸ ਰਿਹਾ। ਇੱਕ ਪਾਸਾ ਕੀਤਾ ਕਿ ਲਹੂ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਕਹਿੰਦੇ ਬਹੁਤ ਫਰਕ ਹੈ। ਮਲਕ ਭਾਗੋ ਦਾ ਨਾਂ ਇੱਕ ਵਾਰ ਵੀ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਤੇ ਭਾਈ ਲਾਲੋ ਦਾ ਨਾਮ ਇੱਕ ਸ਼ਬਦ 'ਚ ਗੁਰੂ ਨਾਨਕ ਸਾਹਿਬ ਨੇ 7 ਵਾਰ ਵਰਤਿਆ। ਜੈਸੀ ਮੈਂ ਆਵੇ ਖਸਮ ਕੀ ਬਾਣੀ
तैसड़ा करी ज्ञान वे लालो, पाप की जंज लै काबलों ताया, जोरी मंगे दान वे लालो। 7 वार जिक्र किया महाराज ने, कहते भगत ते एक लुट के खाण वाला राजा बराबर किदां हो सकते हैं। वो कहते तुसी साहब रायो, जे दया होवे, धर्म होवे, कौम च हिम्मत होवे, दृढ़ता होवे, तां साहब तो सखणी है, साहब दे रूप तो सखणी है कौम। इस कौम दे सिर साहबी दा ताज भी सजना चाहिदा आ। तुसी उत्थों चल के आए हो और अज तो बाद असी उस फर्क नूं भी मिटा रहे हैं जिहड़ा लंबे समय तो फर्क बहुत वड्डा पै गया सी। अज वो विथ मिट जाएगी, अज वो विथ खत्म होएगी। ये साहब राय वो है जिन्हों किसी वेले लोग छज्जू झीवर कह के बुलाते ने, ये उहदा पोता है। जिन्हों कहते सी अन्ना है, ये बोला है, यदी जात निक्की है, जिहदे सिर ते हथ बाला प्रीतम गुरु हरकृष्ण साहब ने रखिया, जिहदे लई सारे घरां दे दरवाजे बंद सन, जिहड़ा लोकां दे घरां च पानी ढोंदा सी, उस भाई छज्जू दे घर विच जन्म लैण वाला पोता साहब राय बन के गुरु गोबिंद सिंह महाराज दे चरनां च आउंदा है। वो 5 प्यारिਆਂ च अपना नाम लिखाउंदा है, उहनूं कौम याद करदी है सत्कारयोग भाई साहब सिंह दे नाल। इतिहास ने उहदा सत्कार कीता। महाराज कहंदे साहबी दा ताज सिखा तेरे सिर जरूर तजेगा जे तेरे अंदर 4 गुण होण। ये 5 प्यारे गुरु महाराज दी सवारी जाती है तो अगे अगे जाते हैं। इत्थे कड़ाह प्रसाद की देग वरताई जाती है तो 5 ਸਿੰਘਾਂ ਦਾ वो हिस्सा पहला पासे रखा जाता है। ये 5 प्यारिਆਂ ਦਾ इन्ना सत्कार है। बाबा अजीत सिंह ते बाबा जुझार सिंह तो पहला, बाबा जोरावर सिंह ते बाबा फतेह सिंह तो पहला उन्हां 5 प्यारिਆਂ ਦਾ नाम लिया जाता अरदास दे अंदर। ते सतगुर ने आख्या ये प्यारे हो गए क्योंकि सिर अपनियां तलियां ते रख के गुरु महाराज दे चरनां च आए। ते सिक्खा सिक्खी खेड़ ही ऐसी है, जिन्ना चर अपनी मत समझ हिरदा हंकार त्याग के गुरु दे चरनां च नहीं ना आउंदा, सच करके जानी दुनिया दा मान हासिल कर लेगा, गुरु दे दर तो वांझा रह जाएगा। आओ एक वाक दा सारे खीर च पाठ करिए ते आपां समाप्ति करिए। पहला मरन कबूल, पहला मरन कबूल, पहला जीवन की छड़ आस, जीवन की छड़ आस, जीवन की छड़ हो सबना की रेणुका, हो सबना की रेणुका। तो आओ हमारे पास, तो आओ हमारे पास, गुर की मत तू ले आने, गुर की मत तू ले